ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅੱਜ ਦੀ ਇੱਕ ਵੱਡੀ ਖਬਰ ਦੀ। ਜਿਵੇਂ ਕਿ ਪਿਛਲੇ ਦਿਨੀ ਬੀਜੇਪੀ ਦੇ ਆਗੂਆਂ ਦੇ ਵੱਲੋਂ ਵੱਡੇ ਬਿਆਨ ਆਏ ਸੀ 3 ਕਾਲੇ ਕਾਨੂੰਨਾਂ ਦੀ ਵਾਪਸੀ ਲੈ ਕੇ। ਸੋ ਉਸ ਸੰਦਰਭ ਦੇ ਵਿੱਚ ਇੱਕ ਵੱਡਾ ਫੈਸਲਾ ਅੱਜ ਸੈਂਟਰ ਸਰਕਾਰ ਵੱਲੋਂ ਹੋਇਆ। ਕੀ ਹੈ ਉਹ ਫੈਸਲਾ, ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਸਾਹਿਬ, ਜਿਵੇਂ ਪਿਛਲੇ ਕੁਝ ਦਿਨਾਂ ਤੋਂ ਬੀਜੇਪੀ ਦੇ ਆਗੂਆਂ ਦੇ ਵੱਲੋਂ ਇਹ ਬਿਆਨ ਆ ਰਹੇ ਨੇ ਵੀ ਹੋ ਸਕਦਾ ਦੀਵਾਲੀ ਤੋਂ ਪਹਿਲਾਂ ਇਹ 3 ਕਾਲੇ ਕਾਨੂੰਨ ਵਾਪਸ ਹੋ ਜਾਣ। ਸੋ ਬੀਜੇਪੀ ਸਰਕਾਰ ਵੀ ਹੁਣ ਜਿਵੇਂ ਚਾਹ ਰਹੀ ਹੈ ਕਿ ਬੈਕ ਫੁੱਟ ਤੇ ਜਾਣ ਲੱਗੀ ਹੈ ਇਹਨਾਂ 3 ਕਾਲੇ ਕਾਨੂੰਨਾਂ ਨੂੰ ਲੈ ਕੇ, ਕਿਉਂਕਿ ਕਿਸਾਨ ਡਟੇ ਹੋਏ ਨੇ। ਸੋ ਇੱਕ ਵੱਡਾ ਫੈਸਲਾ ਸੈਂਟਰ ਸਰਕਾਰ ਵੱਲੋਂ ਟਿੱਕਰੀ ਬਾਰਡਰ ਦੇ ਉੱਪਰੋਂ ਜਿਹੜੇ ਬੈਰੀਕੇਡ ਸੀ ਉਹ ਹਟਾਉਣੇ ਸ਼ੁਰੂ ਹੋ ਗਏ ਨੇ। ਤਕਰੀਬਨ ਟਿੱਕਰੀ ਬਾਰਡਰ ਖਾਲੀ ਕਰ ਦਿੱਤਾ ਗਿਆ। ਜਿਹੜੇ ਪੱਕੇ ਬਾਰਡਰ ਸੀ, ਬਾਰਡਰ ਦੇ ਉੱਪਰ ਪੱਕੇ ਬੈਰੀਕੇਡ ਸੀ, ਉਹ ਵੀ ਹਟਾ ਦਿੱਤੇ ਗਏ ਨੇ। ਕਿੱਲਾਂ ਲੱਗੀਆਂ ਸੀ ਉਹ ਵੀ ਹਟਾ ਦਿੱਤੇ ਗਏ ਨੇ। ਕਿਵੇਂ ਦੇਖ ਰਹੇ ਹੋ ਇਸ ਫੈਸਲੇ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਆਗੂਆਂ ਦੇ ਵੱਲੋਂ ਬਿਆਨ ਆ ਰਹੇ ਨੇ ਵੀ ਕਿਸਾਨਾਂ ਦੀ ਜਿੱਤ ਹੋਏਗੀ, ਦੀਵਾਲੀ ਤੋਂ ਪਹਿਲਾਂ ਇਹ ਵਾਪਸ ਹੋ ਸਕਦੇ ਕਾਨੂੰਨ? ਕਿਵੇਂ ਦੇਖ ਰਹੇ ਹੋ, ਕਾਨੂੰਨ ਵਾਪਸ ਹੋਣਗੇ ਫੈਸਲੇ ਜਿਸ ਤਰ੍ਹਾਂ ਦੇ ਆਉਣ ਲੱਗੇ ਨੇ? ਦੇਖੋ ਮਾਨ ਸਾਹਿਬ, ਜਿਸ ਤਰੀਕੇ ਦੀ ਮੀਡੀਆ ਹਾਊਸਸ ਤੋਂ ਜਾਂ ਸਵੇਰ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਸਾਡੇ ਤੱਕ ਪਹੁੰਚ ਰਹੀਆਂ ਨੇ ਕਿ ਉਹ ਟਿੱਕਰੀ ਬਾਰਡਰ ਤੋਂ ਪੁਲਿਸ ਵੱਲੋਂ ਬੈਰੀਕੇਡ ਜਿਹੜੇ ਹਟਾਏ ਜਾ ਰਹੇ ਨੇ, ਕਿਉਂਕਿ ਇਹ ਬੈਰੀਕੇਡ ਕਿਸਾਨਾਂ ਨੇ ਨਹੀਂ ਸੀ ਲਾਏ। ਇਹ ਬੈਰੀਕੇਡ ਖੁਦ ਸਰਕਾਰ ਦੇ ਹੀ, ਦਿੱਲੀ ਸਰਕਾਰ ਨੇ ਜਾਂ ਦਿੱਲੀ ਪੁਲਿਸ ਵੱਲੋਂ ਲਗਾਏ ਗਏ ਸੀ ਉਦੋਂ ਕਿ ਕਿਸਾਨਾਂ ਨੂੰ ਰੋਕਣ ਵਾਸਤੇ। ਤੇ 1.5 ਸਾਲ ਹੋ ਚੱਲਿਆ, ਕਿਸਾਨਾਂ ਦੇ ਜਿਹੜੀਆਂ ਮੰਗਾਂ ਨੇ ਉਹ ਉੱਥੇ ਦੀਆਂ ਉੱਥੇ ਖੜੀਆਂ ਨੇ। ਭਾਜਪਾ ਸਰਕਾਰ ਦੇ ਵਿੱਚ ਰਤਾ ਵੀ ਜਿਹੜੀ ਆ ਉਹ ਨਰਮੀ ਜਿਹੜੀ ਆ ਉਹ ਦਿਖਾਈ ਨਹੀਂ ਦਿੰਦੀ। ਪਰ ਅੱਜ ਇਸ ਦੇ ਬਾਵਜੂਦ ਜਿਸ ਤਰੀਕੇ ਦੇ ਨਾਲ ਸਵੇਰ ਦੀਆਂ ਮਤਲਬ ਮੀਡੀਆ ਹਾਊਸਸ ਤੋਂ ਜਿਹੜੀਆਂ ਸੂਚਨਾਵਾਂ ਮਿਲ ਰਹੀਆਂ ਨੇ ਔਰ ਉਹਦੇ ਵਿੱਚ ਵੱਡੇ ਵੱਡੇ ਬੈਰੀਕੇਡਾਂ ਨੂੰ ਕਰੇਨਾਂ ਦੇ ਨਾਲ ਹਟਾਇਆ ਜਾ ਰਿਹਾ, JCB ਨਾਲ ਹਟਾਇਆ ਜਾ ਰਿਹਾ, ਇਹਦੇ ਸੰਬੰਧੀ ਤਾਂ ਇਹੋ ਹੀ ਆਸ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਕੁਝ ਆਉਂਦਿਆਂ 1-2 ਦਿਨਾਂ 'ਚ ਕਿਸਾਨਾਂ ਵਾਸਤੇ ਕੁਝ ਚੰਗੀ ਖਬਰ ਜਿਹੜੀ ਹੈ ਉਸ ਨੂੰ ਮਿਲ ਸਕਦੀ ਹੈ। ਪਰ ਜਿਹੜਾ ਹੁਣ ਵੇਖਣਾ ਇਹ ਹੋਵੇਗਾ ਕਿ ਕਿਤੇ ਕਿਤੇ ਤਸਵੀਰ ਦੇ ਦੋਵੇਂ ਪੱਖ ਜਿਹੜੇ ਵਿਚਾਰਨਯੋਗ ਨੇ। ਕੀ ਸਰਕਾਰ ਵੱਲੋਂ ਕਿਸੇ ਵੱਡੇ ਐਕਸ਼ਨ ਦੀ ਕੋਈ ਤਿਆਰੀ ਤਾਂ ਨਹੀਂ ਕਿ ਜੇਕਰ ਬੈਰੀਕੇਡ ਹਟਾ ਲਏ ਗਏ ਨੇ ਤਾਂ ਸਰਕਾਰ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਉੱਥੇ ਉਠਾਉਣ ਦੇ ਮੂਡ 'ਚ ਹੋਵੇ ਜਾਂ ਕਿਸਾਨਾਂ ਨੂੰ ਕਿਸੇ ਵੱਖਰੀ ਜਗ੍ਹਾ ਤੇ ਤਾਲਮੇਲ ਬਿਠਾਇਆ ਜਾ ਸਕੇ, ਜਿਸ ਤਰੀਕੇ ਨਾਲ ਪਹਿਲਾਂ ਇਹ ਇੱਕ ਗਰਾਊਂਡ ਜਿਹੜੀ ਉਹ ਦੇਣ ਲੱਗੇ ਸੀ ਕਿ ਉਸ ਤੇ ਤੁਸੀਂ ਬਹਿ ਕੇ ਆਪਣਾ ਕਰ ਲਓ। ਕਿਉਂਕਿ ਸਰਕਾਰ ਦੇ ਮਨਸ਼ੇ ਜਿਹੜੇ ਨੇ ਉਹ ਕਲੀਅਰ ਨਹੀਂ ਆ, ਸਰਕਾਰ ਦੀ ਨੀਅਤ ਜਿਹੜੀ ਆ ਉਹ ਸਾਫ਼ ਨਹੀਂ ਆ। ਤਾਂ ਕੇਵਲ ਔਰ ਕੇਵਲ ਬੈਰੀਕੇਡ ਨੂੰ ਹਟਾਉਣ ਦੇ ਨਾਲ ਜੇਕਰ ਅਸੀਂ ਇਹ ਮਿਥ ਲਈਏ ਕਿ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਹੋ ਜਾਣਗੇ, ਮੈਨੂੰ ਕੋਈ ਅਜਿਹੀ ਨਜ਼ਰ ਜਿਹੜੀ ਹੈ ਉਹ ਸਥਿਤੀ ਨਜ਼ਰ ਨਹੀਂ ਆਉਂਦੀ। ਹਾਂ, ਅਮਨ ਕਾਨੂੰਨ ਦੇ ਸੰਬੰਧ ਦੇ ਵਿੱਚ ਹੋ ਸਕਦਾ ਕਿ ਸਰਕਾਰ ਵੱਲੋਂ ਕੋਈ ਵੱਡਾ ਫੈਸਲਾ ਲਿਆ ਗਿਆ ਹੋਵੇ ਜਾਂ ਇਹਨਾਂ ਨੂੰ ਕਿਸਾਨਾਂ ਨੂੰ ਉੱਥੋਂ ਉਠਾਉਣਾ ਹੋਵੇ। ਤੁਸੀਂ ਤਸਵੀਰ ਦੇ ਇਸ ਰੁਖ ਨੂੰ ਵੀ ਯਾਦ ਰੱਖੋ, ਕਿਉਂਕਿ ਜਦੋਂ ਧਾਰਾ 370 ਜੰਮੂ ਕਸ਼ਮੀਰ 'ਚ ਤੋੜਨੀ ਸੀ ਤਾਂ ਬਕਾਇਦਾ ਫਿਰ ਬੜਾ 15-20 ਦਿਨ ਪਹਿਲਾਂ ਉੱਥੋਂ ਤਿਆਰੀ ਜਿਹੜੀ ਕਰ ਲਈ ਗਈ। ਇੰਟਰਨੈਟ ਬੰਦ ਕਰ ਦਿੱਤਾ ਗਿਆ, ਸਭ ਕੁਝ ਬੰਦ ਕਰ ਦਿੱਤਾ ਗਿਆ ਤੇ ਇੱਕ ਅਣਐਲਾਨਿਆ ਕਰਫਿਊ ਜਿਹੜਾ ਸੀ ਕਸ਼ਮੀਰ ਦੇ ਵਿੱਚ ਲਗਾਇਆ ਗਿਆ। ਚਲੋ ਉਹ ਇਸ਼ੂ ਅਲੱਗ ਸੀ, ਪਰ ਸਰਕਾਰ ਜਿਹੜੀ ਆ ਭਾਜਪਾ ਦੀ ਜਿਹੜੀ ਇਮੇਜ ਆ, ਖਾਸ ਤੌਰ ਤੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਉਹ ਇਮੇਜ ਇਸ ਤਰ੍ਹਾਂ ਦੇ ਕਿ ਬਹੁਤ ਸਖਤ ਫੈਸਲੇ ਲੈਣ ਵਾਲੇ, ਕਿ ਜਿਹੜੇ ਫੈਸਲੇ ਲੈ ਲਏ ਆ ਉਹਨਾਂ ਤੋਂ ਪਿੱਛੇ ਉਹ ਟਲਦੇ ਨਹੀਂ। ਮਤਲਬ ਅੱਜ ਤੱਕ ਦਾ ਜੇ ਉਹਨਾਂ ਦਾ ਇਤਿਹਾਸ ਦੇਖੀਏ ਤੇ ਉਹਦੇ ਸੰਦਰਭ ਦੇ ਵਿੱਚ ਤਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਇੰਨੀਆਂ ਸੰਭਵ ਲੱਗਦੀਆਂ ਨਹੀਂ ਹੈ ਕਿ ਉਹਨਾਂ ਨੇ ਇੰਨੀ ਜਲਦੀ ਫੈਸਲਾ ਜਿਹੜਾ ਬਣਾ ਲਿਆ ਹੋਵੇਗਾ। ਬੇਸ਼ੱਕ ਇੰਨੀ ਜਲਦੀ ਨਹੀਂ, 1.5 ਸਾਲ ਕਿਸਾਨਾਂ ਨੂੰ ਉੱਥੇ ਹੋ ਚੱਲਿਆ, ਤਾਂ ਫਿਰ ਕਿਹੜੀ ਉਹ ਸਥਿਤੀਆਂ ਨੇ ਜਾਂ ਕੀ ਉਹ ਕਾਰਨ ਹੋ ਸਕਦੇ ਆ ਕਿ ਇਹੋ ਜਿਹਾ ਕਦਮ ਜਿਹੜਾ ਪੁੱਟਿਆ ਜਾ ਸਕੇ। ਪਰ ਇਹਦੇ ਨਾਲ ਹੀ ਨਾਲ ਇੱਕ ਹਾਂ ਪੱਖੀ ਜਿਹੜਾ ਕਦਮ ਹੈ ਉਹ ਨਜ਼ਰ ਆ ਰਿਹਾ, ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਚੰਡੀਗੜ੍ਹ ਵਿੱਚ ਭਾਜਪਾ ਦੀ ਇੱਕ ਸਟੇਟ ਪੱਧਰ ਦੀ ਜਿਹੜੀ ਰੈਲੀ ਹੋਈ ਤੇ ਉਹਨਾਂ ਦੇ ਵਿੱਚ ਕਿਹਾ ਭਾਜਪਾ ਨੇ ਕਿ 117 ਸੀਟਾਂ ਤੇ ਅਸੀਂ ਚੋਣਾਂ ਜਿਹੜੀਆਂ ਲੜਦੀਆਂ ਨੇ। ਤਾਂ ਭਾਜਪਾ ਵੱਲੋਂ ਪੂਰਨ ਤੌਰ ਤੇ ਚੋਣਾਂ ਦੇ ਮੱਦੇ ਨਜ਼ਰ ਆਪਣੀ ਤਿਆਰੀ ਵਿੱਢੀ ਆ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਰਚੀ ਜਾਵੇ ਜਾਂ ਉਹ ਇੰਡੀਪੈਂਡੈਂਟ ਤੌਰ ਤੇ। ਭਾਜਪਾ ਪੂਰੇ ਫਾਰਮ ਦੇ ਵਿੱਚ ਹੈਗੀ ਹੈ। ਭਾਜਪਾ ਵੱਲੋਂ ਕੱਲ੍ਹ ਚੰਡੀਗੜ੍ਹ 'ਚ ਰੈਲੀ ਕਰਨੀ ਔਰ ਉਹਦੇ ਵਿੱਚ ਸਲੋਗਨ ਦੇਣਾ ਕਿ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ, ਔਰ ਅੱਜ ਸਵੇਰੇ ਅਮਨ ਜਿਹੜਾ ਟਿੱਕਰੀ ਬਾਰਡਰ ਤੋਂ ਬੈਰੀਕੇਡ ਪੁਲਿਸ ਵੱਲੋਂ ਹਟਾਏ ਜਾਣੇ, ਇਹ ਵੀ ਇੱਕ ਸੰਦੇਸ਼ ਦਿੰਦਾ ਕਿ ਭਾਜਪਾ ਕੁਝ ਪੰਜਾਬ ਵਾਸਤੇ ਜਾਂ ਕਿਸਾਨਾਂ ਵਾਸਤੇ ਕੁਝ ਅਜਿਹੇ ਫੈਸਲੇ ਲੈ ਸਕਦੀ ਆ ਕਿ ਜਿਹੜੇ ਇਹਨਾਂ ਕਾਲੇ ਕਾਨੂੰਨਾਂ ਦੇ ਸੰਦਰਭ ਵਿੱਚ ਹੋਣਗੇ। ਕਿਉਂਕਿ ਇਹ ਅੱਜ ਤੱਕ ਭਾਜਪਾ ਵੱਲੋਂ ਕੋਈ ਵੀ ਏਡੀ ਵੱਡੀ ਰੈਲੀ ਜਿਹੜੀ ਹੈ ਚੰਡੀਗੜ੍ਹ 'ਚ ਜਾਂ ਪੰਜਾਬ ਦੇ ਵਿੱਚ, ਚਲੋ ਛੋਟੀ ਹੈ ਜਾਂ ਵੱਡੀ, ਨਹੀਂ ਕੀਤੀ ਗਈ ਜਿਸ 'ਚ ਭਾਜਪਾ ਦੀ ਲੀਡਰਸ਼ਿਪ ਗਜਿੰਦਰ ਸ਼ੇਖਾਵਤ ਵਰਗੇ ਬੰਦੇ ਜਿਹੜੇ ਮੌਜੂਦ ਸੀ। ਤੇ ਜੇਕਰ ਅਸੀਂ ਰੈਲੀ ਔਰ ਅੱਜ ਦੀ ਅਮਨ ਕਾਨੂੰਨ ਦੀ ਕਿ ਜਿਹੜੇ ਅੱਜ ਦੇ ਬੈਰੀਕੇਡ ਹਟਾਉਣ ਦੀ ਕਾਰਵਾਈ ਨੂੰ ਦੋਵਾਂ ਨੂੰ ਮਿਲਾ ਕੇ ਵੇਖੀਏ ਤਾਂ ਆਉਂਦਿਆਂ ਕੁਝ ਦਿਨਾਂ 'ਚ ਇਹ ਕਨਸੂਆਂ ਮਿਲ ਸਕਦੀਆਂ ਨੇ ਕਿ ਇਸ ਤਰ੍ਹਾਂ ਹੋ ਸਕਦਾ ਕਿ ਭਾਜਪਾ ਇਹਨਾਂ ਕਾਲੇ ਕਾਨੂੰਨਾਂ ਦੇ ਸੰਦਰਭ ਦੇ ਵਿੱਚ
ਕੋਈ ਮਹੱਤਵਪੂਰਨ ਫੈਸਲਾ ਲੈ ਕੇ ਆਪਣੀ ਇਮੇਜ ਨੂੰ ਸਟਰੋਂਗ ਕਰੇ, ਕਿਉਂਕਿ ਇਹ ਹੁਣ ਵਕਤ ਉਹ ਆ। ਜਿਹੜੇ ਆਗੂ ਨੇ ਜੀ, ਪੰਜਾਬ ਦੇ ਆਗੂ ਨੇ ਜਿਵੇਂ ਹਰਜੀਤ ਗਰੇਵਾਲ ਨੇ, ਉਹਨਾਂ ਵੱਲੋਂ ਲਗਾਤਾਰ 3-4 ਦਿਨਾਂ ਤੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਵੀ ਇਹ ਜਿਹੜੇ ਕਾਲੇ ਕਾਨੂੰਨ ਨੇ ਉਹ ਹੁਣ ਵਾਪਸ ਹੋਣ ਦੀ ਤਿਆਰੀ ਹੈ। ਉਹਨਾਂ ਨੇ ਹਾਲਾਂਕਿ ਸੋਧ ਦੀ ਗੱਲ ਕੀਤੀ ਵੀ ਸੋਧ ਹੋਏਗੀ, ਲੇਕਿਨ ਕਿਸਾਨਾਂ ਦੇ ਮੁੱਖ ਮੁੱਦਿਆਂ ਨੂੰ ਜਿਹੜੇ ਮੁੱਖ ਗੱਲਾਂ ਰੱਖੀਆਂ ਨੇ ਕਿਸਾਨਾਂ ਨੇ ਵੀ ਇਹ ਹੱਲ ਹੋਣੀਆਂ ਨੇ ਉਹ ਕੀਤੇ ਜਾਣਗੀਆਂ। ਭਾਵੇਂ ਕਿ ਉਹਨੇ ਸਾਫ਼ ਸੰਕੇਤ ਦਿੱਤੇ, ਲੇਕਿਨ ਵਾਰ-ਵਾਰ ਆਪਣੀ ਬਿਆਨਬਾਜ਼ੀ ਦੇ ਵਿੱਚ ਉਹ ਸੰਕੇਤ ਦਿੰਦੇ ਨਜ਼ਰ ਆਏ ਨੇ ਵੀ ਦੀਵਾਲੀ ਤੋਂ ਪਹਿਲਾਂ ਵੱਡਾ ਫੈਸਲਾ ਆ ਸਕਦਾ ਹੈ। ਹਾਲਾਂਕਿ ਇਸ ਗੱਲ ਨੂੰ ਡਿਨਾਈ ਕੀਤਾ ਵੀ ਇਹ ਫੈਸਲਾ ਕਿਸ ਤਰ੍ਹਾਂ ਆਏਗਾ, ਵਿਚਾਰ ਨਾਲ ਕੋਈ ਹੱਲ ਕੱਢਿਆ ਜਾਵੇ ਜਾਂ ਕਾਲੇ ਕਾਨੂੰਨ ਰੱਦ ਕੀਤੇ ਜਾਣਗੇ, ਇਸ ਗੱਲ ਤੋਂ ਉਹਨੇ ਡਿਨਾਈ ਕਰਤਾ, ਬੋਲਣ ਤੋਂ ਮਨਾ ਕਰਤਾ। ਲੇਕਿਨ ਇਹ ਗੱਲ ਕਲੀਅਰ ਕਰਤੀ ਸੀ ਵੀ ਵੱਡਾ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਆਉਣ ਵਾਲਾ ਹੈ। ਬੀਜੇਪੀ ਸਰਕਾਰ ਇਹਨਾਂ 3 ਕਾਲੇ ਕਾਨੂੰਨਾਂ ਉੱਪਰ ਵੱਡਾ ਫੈਸਲਾ ਲੈਣ ਜਾ ਰਹੀ ਹੈ। ਕਿਵੇਂ ਦੇਖ ਰਹੇ ਹੋ ਇਹਨਾਂ ਬਿਆਨਾਂ ਨੂੰ? ਦੇਖੋ, ਇਹ ਜਿਹੜਾ ਗਰੇਵਾਲ ਸਾਹਿਬ ਦਾ ਜਿਹੜਾ ਬਿਆਨ ਆ, ਠੀਕ ਆ, ਉਹ ਬਿਆਨ ਉਹ ਦੇ ਰਹੇ ਨੇ ਕਿ ਉਹ ਵੱਡਾ ਫੈਸਲਾ ਲੈ ਸਕਦੇ ਨੇ ਜਾਂ ਸੂਰ ਹੋ ਸਕਦੀ ਹੈ ਜਾਂ ਕੁਝ ਕਾਲੇ ਕਾਨੂੰਨ ਰੱਦ ਹੋ ਸਕਦੇ ਆ। ਅਸਲ 'ਚ ਜਿਹੜਾ ਪੇਚ ਆ ਉਹ ਕਿਸਾਨਾਂ ਵੱਲੋਂ ਵੀ ਫਸਿਆ, ਕਿਸਾਨ ਜਥੇਬੰਦੀਆਂ ਵੱਲੋਂ ਪੇਚ ਜਿਹੜਾ ਫਸਿਆ, ਕਿਉਂਕਿ ਕਿਸਾਨ ਜਥੇਬੰਦੀਆਂ ਇਹਨਾਂ ਬਿੱਲਾਂ ਨੂੰ ਮੁੱਢੋਂ ਰੱਦ ਕਰਨ ਵਾਸਤੇ ਕਹਿ ਰਹੀਆਂ ਨੇ ਕਿ ਇਹਨੂੰ ਮੁੱਢੋਂ ਰੱਦ ਕਰੋ। ਔਰ ਦੂਜੇ ਪਾਸੇ ਜਿਹੜੀ ਸਰਕਾਰ ਆ ਉਹ ਇਸ ਗੱਲ ਤੇ ਅੜੀ ਕਿ ਜੋ ਤੁਸੀਂ ਕੋਈ ਸੋਧਾਂ ਵਿੱਚ ਕਰ ਦਿੰਦੇ ਆ, ਤਾਂ ਹੁਣ ਸਥਿਤੀ ਇਹ ਆ ਕਿ ਜੇਕਰ ਸੋਧਾਂ ਦੇ ਨਾਂ ਤੇ ਹੀ ਸਭ ਕੁਝ ਹੋਣਾ, ਜੇ ਉਹ ਸੋਧਾ ਕਰ ਦਿੰਦੇ ਆ, ਕੋਈ ਵੱਡਾ ਫੈਸਲਾ ਕੀ ਹੋ ਸਕਦਾ? ਵੱਡਾ ਫੈਸਲਾ ਜੇ ਤੁਸੀਂ ਉਹ ਕਹੋ ਕਿ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇ, ਇਹ ਤਾਂ ਗੱਲ ਮੰਨਣ 'ਚ ਹੀ ਨਹੀਂ ਆਉਂਦੀ, ਇਹ ਗੱਲ ਨਹੀਂ ਹੋਏਗੀ। ਤੇ ਜੇਕਰ ਦੂਜੇ ਪਾਸੇ ਸੋਧਾਂ ਦੇ ਉੱਤੇ ਹੁਣ ਕਿਸਾਨ ਮੰਨ ਜਾਂਦੇ ਆ, ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਮੰਨ ਲੈਂਦੀਆਂ ਨੇ, ਤਾਂ ਫਿਰ ਉਹ ਜਿਹੜੇ 600 ਬੰਦਾ ਉੱਤੇ ਸ਼ਹੀਦ ਹੋਇਆ ਉਹ ਕਿਹੜੇ ਖਾਤੇ 'ਚ ਹੋਇਆ? ਜਿਹੜੇ ਆਏ ਦਿਨ ਉੱਥੇ ਕਿਸਾਨਾਂ ਦੇ ਉੱਤੇ ਮੋਰਚਾ ਇਹੋ ਤਸ਼ੱਦਦ ਜਿਹੜਾ ਹੁੰਦਾ ਰਿਹਾ, ਤਾਂ ਉਹਨੂੰ ਕਿਹਨੇ ਦੇਖਣਾ ਹੈਗਾ? ਤੇ ਜੇਕਰ ਇਹੋ ਹੀ ਕੁਝ ਕਰਨਾ ਸੀ ਤਾਂ ਫਿਰ ਪਹਿਲਾਂ ਵੀ ਤਾਂ ਇਹ ਸਵਾਰ ਕੀਤਾ ਜਾ ਸਕਦਾ ਸੀ। ਸੋ ਹੁਣ ਜੇਕਰ ਇਹ ਮੁੱਦੇ ਹੱਲ ਹੋਣ ਦੀ ਕਗਾਰ ਤੇ ਨੇ ਤਾਂ ਕਿਸਾਨ ਜਥੇਬੰਦੀਆਂ ਔਰ ਦੂਜੇ ਪਾਸੇ ਸਰਕਾਰ ਨੂੰ, ਦੋਵਾਂ ਨੂੰ ਆਪੋ ਆਪਣੇ ਪੱਖਾਂ 'ਚ ਕੁਝ ਨਾ ਕੁਝ ਜਿਹੜੀ ਨਰਮੀ ਆ ਉਹ ਲਿਆਉਣੀ ਪਏਗੀ, ਤਾਂ ਹੀ ਇਹ ਮੁੱਦਾ ਕਿਸੇ ਪਾਸੇ ਜਿਹੜਾ ਨਾ ਉਹ ਲੱਗੇਗਾ। ਪਰ ਇਹ ਤੁਹਾਨੂੰ ਮੈਂ ਇੱਕ ਗੱਲ ਹੋਰ ਜਿਹੜੀ ਮੈਂ ਗੱਲ ਪੜਨਾ ਸ਼ੇਅਰ ਕਰਨੀ ਚਾਹਾਂਗਾ ਆਪਣੇ ਦਰਸ਼ਕਾਂ ਨਾਲ, ਜਿਹੜੀ ਸਥਿਤੀ ਆ ਉਹ ਐਡੀ ਸਖਾਵੀ ਲੱਗਦੀ ਨਹੀਂ, ਕਿਉਂਕਿ ਹੁਣ ਉਹਦੇ ਵਿੱਚ ਕੁਝ ਹੋਰ ਜਥੇਬੰਦੀਆਂ ਦੀ ਇਨਵੋਲਵਮੈਂਟ ਜਿਹੜੀ ਹੋ ਚੁੱਕੀ ਆ, ਨਿਹੰਗ ਸਿੰਘ ਜਥੇਬੰਦੀਆਂ ਵਿੱਚ ਇਨਵੋਲਵ ਹੋ ਗਈਆਂ ਨੇ। ਉਹ ਕਿਸੇ ਮੁੱਦੇ ਤੇ ਹੁਣ ਜੇਕਰ ਉਹ ਵਾਪਸ ਆਉਂਦੇ ਨੇ ਕਿ ਹਾਂਜੀ ਸੋਧਾਂ ਦੇ ਉੱਤੇ ਵਾਪਸ ਆਉਣ, ਕਿ ਜਿਸ ਤਰੀਕੇ ਦਾ ਸਵਾਲ ਅਸੀਂ ਉਠਾਇਆ ਉਹ ਜਿਹਾ ਸਵਾਲ ਲੋਕੀ ਬਿਠਾਉਣਗੇ ਕਿ ਹਾਂ ਵੀ ਤੁਸੀਂ ਤਾਂ ਉਦੋਂ ਇਵੇਂ ਗੱਲ ਕਹਿੰਦੇ ਸੀ ਕਿ ਆਪਾਂ ਕਾਲੇ ਕਾਨੂੰਨ ਮੁੱਢੋਂ ਰੱਦ ਕਰਾਉਣੇ ਆ। ਤਾਂ ਜੇਕਰ ਗੱਲ ਫਿਰ ਉੱਥੇ ਦੀ ਉੱਥੇ ਅੜ ਗਈ, ਕਿਸਾਨ ਜਥੇਬੰਦੀਆਂ ਜਿਸ ਤਰੀਕੇ ਦਾ ਵਿਹਾਰ ਜਿਹੜਾ ਸਮੇਂ-ਸਮੇਂ ਤੇ ਕਰਦੀਆਂ ਰਹੀਆਂ ਨੇ, ਤਾਂ ਉਹਦੇ ਸੰਦਰਭ ਦੇ ਵਿੱਚ ਫਿਰ ਕੀ ਹੋਏਗਾ? ਉਹਦੇ ਸੰਦਰਭ 'ਚ ਜਾਂ ਤਾਂ ਇਹ ਮੋਰਚਾ ਫਿਰ ਫੇਲ ਹੋਏਗਾ ਜਿਹੜਾ ਲੱਗਾ, ਤੇ ਜੇਕਰ ਕਿਸਾਨ ਜਥੇਬੰਦੀਆਂ ਆਪਣੇ ਪੱਖ 'ਚ ਨਰਮੀ ਲਿਆਉਂਦੀਆਂ ਤਾਂ ਫਿਰ ਵੀ ਉਹਨਾਂ ਨੂੰ ਸਵਾਲਾਂ ਦੇ ਘੇਰੇ 'ਚ ਜਿਹੜਾ ਉਹ ਆਉਣਾ ਪਏਗਾ। ਬਾਕੀ ਆਪਣੇ ਮਾਨ ਸਾਹਿਬ, ਸਰਕਾਰਾਂ ਕੋਲ ਬਹੁਤ ਇਹੋ ਜਿਹੇ ਰਸਤੇ ਹੁੰਦੇ ਆ। ਸਰਕਾਰਾਂ ਜਦੋਂ ਕਿਸੇ ਮਸਲੇ ਨੂੰ ਹੱਲ ਕਰਨਾ ਚਾਹੁਣ, ਗਿਵ ਐਂਡ ਟੇਕ ਦੀ ਪਾਲਿਸੀ ਜਿਹੜੀ ਆ ਉਹ ਹਮੇਸ਼ਾ ਹੁੰਦੀ ਹੈ। ਇਹਦੇ ਸੰਦਰਭ 'ਚ ਜਾਂ ਇਸ ਪ੍ਰਸੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਅਜਿਹਾ ਵਿਚਕਾਰਲਾ ਕੋਈ ਰਸਤਾ ਜਿਹੜਾ ਉਹ ਕੱਢਿਆ ਜਾਵੇ ਕਿ ਜਿਹਦੇ ਨਾਲ ਸਰਕਾਰ ਦੀ ਹੇਠੀ ਵੀ ਜਿਹੜੀ ਆ ਉਹ ਨਾ ਹੋਵੇ ਔਰ ਕਿਸਾਨਾਂ ਦਾ ਜਿਹੜਾ ਦਾਰੋਮਦਾਰ ਆ ਉਹਨੂੰ ਵੀ ਸੱਟ ਜਿਹੜੀ ਗਰਮਾਂ ਨੂੰ ਸੱਟ ਜਿਹੜੀ ਨਾ ਲੱਗੇ। ਵਿਚਕਾਰਲਾ ਫੈਸਲਾ ਹੁਣ ਜੇਕਰ ਸਰਕਾਰ ਕਿਸਾਨ ਇੱਕੋ ਗੱਲ ਤੇ ਅੜੇ ਨੇ ਕਿ ਇਹ ਰੱਦ ਹੋਏ ਬਿਨਾਂ ਅਸੀਂ ਜਾਣਾ ਹੀ ਨਹੀਂ, ਸਰਕਾਰ ਕਹਿੰਦੀ ਆਪਾਂ ਕਰਨਾ ਹੀ ਨਹੀਂ, ਤੇ ਕੀ ਬਣੂਗਾ? ਟਕਰਾਓ ਦੀ ਸਥਿਤੀ ਤਾਂ ਫਿਰ ਬਣ ਗਈ। ਤਾਂ ਸੋ ਇਸ ਕਰਕੇ ਕੁਝ ਕਦਮ ਜਿਹੜੇ ਨੇ ਕਿਸਾਨ ਜਥੇਬੰਦੀਆਂ ਨੂੰ ਪਿੱਛੇ ਹਟਣਾ ਪਏਗਾ, ਤੇ ਕੁਝ ਕਦਮ ਜਿਹੜੇ ਕਿਸਾਨ ਭਾਰਤ ਸਰਕਾਰ ਨੂੰ, ਜਿਹੜੀ ਕੇਂਦਰ ਸਰਕਾਰ ਆ, ਉਹਨੂੰ ਅੱਗੇ ਵਧਣਾ ਪਏਗਾ, ਤਾਂ ਹੀ ਇਹ ਵਾਦ-ਵਿਵਾਦ ਕੇ ਤਨ ਪੱਤਰ ਲੱਗੇਗਾ। ਬਾਕੀ ਕਿਸਾਨ ਇਹ ਹੋਣਾ ਚਾਹੀਦਾ ਜ਼ਰੂਰੀ, ਕਿਉਂਕਿ ਹੁਣ ਬਹੁਤ ਦੇਰ ਹੋ ਚੁੱਕੀ ਆ। ਹੌਲੀ-ਹੌਲੀ ਜਿਉਂ-ਜਿਉਂ ਕੋਈ ਵੀ ਮੋਰਚਾ ਲੰਮਾ ਹੁੰਦਾ ਜਾਂਦਾ ਤਾਂ ਕੁਦਰਤੀ ਤੌਰ ਤੇ ਸਰਕਾਰ ਉਸ ਮੋਰਚੇ ਦੇ ਵਿੱਚ ਕਮਜ਼ੋਰੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਾਕੀ ਇਹ ਸਰਕਾਰਾਂ ਦੇ ਹੱਥ ਕੰਡੇ ਹੁੰਦੇ, ਸਰਕਾਰਾਂ ਨੇ ਦੇਖਣਾ ਹੁੰਦਾ ਕਿ ਕਿੱਥੇ ਕਿਸ ਬੰਦੇ ਨੂੰ ਜਿਹੜਾ ਉਹ ਫਿੱਟ ਕਰਨਾ। ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਆਸ ਇਹੋ ਕੀਤੀ ਜਾ ਸਕਦੀ ਹੈ ਕਿ ਸਰਕਾਰ ਵੱਲੋਂ ਕੋਈ ਚੰਗਾ ਕਦਮ ਪੁੱਟਿਆ ਜਾਵੇ। ਇਹ ਕਿਸਾਨ ਜਿਹੜੇ 1.5 ਸਾਲਾਂ ਦੇ ਉੱਥੇ ਬੈਠੇ ਨੇ ਆਪਣੇ ਘਰਾਂ ਨੂੰ ਪਰਤਣ ਤੇ ਦੀਵਾਲੀ ਜਿਹੜੀ ਆਪਣੇ ਪਰਿਵਾਰਾਂ ਦੇ ਨਾਲ ਮਨਾਉਣ। ਅਸੀਂ ਇਸ ਦੀ ਆਸ ਕਰਦੇ ਹੋਏ ਇਹੋ ਹੀ ਗੱਲ ਕਹਿ ਸਕਦੇ ਹਾਂ। ਜੀ ਮਾਨ ਸਾਹਿਬ। ਸੋਲੰਕੀ ਸਾਹਿਬ, ਤੁਸੀਂ ਸਾਰੇ ਪ੍ਰੋਗਰਾਮ ਵਾਸਤੇ ਗੱਲਬਾਤ ਕਰਨ ਲਈ ਟਾਈਮ ਕੱਢਿਆ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਜੀ। तो ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਇਹਨਾਂ ਮੇਨ ਮੁੱਦਿਆਂ ਦੇ ਉੱਪਰ ਗੱਲ ਕੀਤੀ ਹੈ। ਖਾਸ ਤੌਰ ਤੇ ਸਰਕਾਰ ਦੇ ਉਸ ਕਦਮ ਦੀ ਸ਼ਲਾਘਾ ਵੀ ਕੀਤੀ ਹੈ ਕਿ ਉਹਨਾਂ ਨੇ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ। ਭਾਵ ਕਿ ਸਰਕਾਰ ਦਾ ਕੁਛ ਜੋ ਰਵੱਈਆ ਉਹ ਨਰਮ ਹੁੰਦਾ ਨਜ਼ਰ ਆ ਰਿਹਾ ਹੈਗਾ ਕਿਸਾਨਾਂ ਨੂੰ ਲੈ ਕੇ, ਜਾਂ ਜਿੰਨੇ ਵੀ ਹੁਣ ਤੱਕ ਕਿਸਾਨਾਂ ਦੇ ਲਈ ਉਹਨਾਂ ਨੇ ਬੰਦਿਸ਼ਾਂ ਲਗਾਈਆਂ ਸਨ ਉਹਨੂੰ ਲੈ ਕੇ। ਸੋ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਵੀ ਜੋ ਚਰਚਾ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੀਤੀ ਗਿਆ, ਉਸ ਦੇ ਨਾਲ ਉਹ ਸਹਿਮਤ ਵੀ ਹੋਣਗੇ ਤੇ ਉਹਨਾਂ ਨੂੰ ਪਸੰਦ ਵੀ ਆਏਗੀ ਚਰਚਾ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।